Namaskar ji. You might notice that I'm sitting in a new place today instead of my usual two places. This is because I'm visiting the house of one of our very dearest friends, Knud, who died last year, exactly 1 year ago. And today his wife Karin had invited 3 or 4 of our close friends to be together and eat together and remember him. So this is at Knud's place this time. ਬੈਕ ਟੂ ਮਾਈ ਯੂਜੂਅਲ ਪੰਜਾਬੀ ਸਪੀਚ ਨਾਓ ਕਿ ਵੀ ਅੱਜ ਡੈਨਮਾਰਕ ਵਿੱਚ ਵੈਸੇ ਇੱਕ ਹੋਰ ਵੀ ਸਪੈਸ਼ਲ ਦਿਨ ਹੈ ਜਿਹਨੂੰ ਕਹਿੰਦੇ ਨੇ ਸਟੋ ਬੀਥ ਡੇ ਦ ਬਿਗ ਪ੍ਰੇਅਰ ਡੇ। ਇਹ ਬੜੀ ਇੰਟਰਸਟਿੰਗ ਹੌਲੀਡੇ ਹੈ ਜਿਹੜੀ ਕੁਝ ਸਾਲ ਪਹਿਲੇ ਮੇਰੇ ਖਿਆਲ 15-20 ਸਾਲ ਪਹਿਲੇ ਡੈਨਮਾਰਕ ਦੀ ਸਰਕਾਰ ਨੇ ਕਈ ਛੋਟੀਆਂ ਧਾਰਮਿਕ ਤੇ ਫੋਕ ਛੁੱਟੀਆਂ ਨੂੰ ਮਿਲਾ ਕੇ ਇੱਕ ਨਵਾਂ ਦਿਨ ਦੀ ਛੁੱਟੀ ਕ੍ਰੀਏਟ ਕਰ ਲਈ ਕਿ ਅਸੀਂ ਇਹਨੂੰ ਬਿਗ ਪ੍ਰੇਅਰ ਡੇ ਕਹਾਂਗੇ। ਇਹਦਾ ਪ੍ਰੇਅਰ ਦਾ ਮਤਲਬ ਬੇਸਿਕਲੀ ਕਿ ਜੋ ਤੁਸੀਂ ਮਰਜ਼ੀ ਕਰੋ, ਇਹਦੇ ਨਾਲ ਕੋਈ ਡੈਨਮਾਰਕ ਕੋਈ ਬਹੁਤਾ ਧਾਰਮਿਕ ਦੇਸ਼ ਨਹੀਂ ਹੈ। ਸੋ ਅੱਜ ਉਹ ਵੀ ਇੱਥੇ ਸਟੋ ਬੀਥ ਡੇ ਜਿਸ ਦਿਨ ਅਸੀਂ ਹੁਣ ਆਪਣੀ ਏਜ ਤੇ ਏਜਿੰਗ ਦੀਆਂ ਕਨਵਰਸੇਸ਼ਨਸ ਨੂੰ ਅੱਗੇ ਚਲਾਵਾਂਗੇ। ਕੱਲ੍ਹ ਮੈਂ ਗੱਲਾਂ ਕੀਤੀਆਂ ਬੜੀਆਂ ਵਿਟਾਮਿਨਾਂ ਬਾਰੇ ਕਿ ਵਾਈਟਮਿਨਸ ਹੈ ਤੇ ਬਹੁਤ ਜ਼ਰੂਰੀ, ਪਰ ਉਹਨਾਂ ਦਾ ਆਮ ਤੌਰ 'ਤੇ ਥੋੜ੍ਹਾ ਬਹੁਤਾ ਵੱਡਾ ਡੋਜ਼ ਵੀ ਇਹ ਨੁਕਸਾਨ ਨਹੀਂ ਕਰਦਾ, ਅਤੇ ਜੇ ਘਟੀਆਂ ਵੀ ਹੋਣ ਤਾਂ ਕਈ ਵਾਰ ਕਈ ਮਹੀਨੇ ਪਤਾ ਵੀ ਨਹੀਂ ਲੱਗਦਾ। ਸੋ ਉਹਨਾਂ ਦੀ ਚੈਕਿੰਗ ਕਰਦੇ ਰਹਿਣਾ, ਉਹਨਾਂ ਨੂੰ ਮੋਨੀਟਰ ਕਰਦੇ ਰਹਿਣਾ ਬੜਾ ਠੀਕ ਠਾਕ ਹੈ। ਕਿਸੇ ਲੈਵਲ 'ਤੇ ਜਾ ਕੇ ਉਹ ਟੌਕਸਿਕ ਹੋ ਜਾਂਦੀਆਂ ਨੇ, ਖਾਸ ਕਰਕੇ ਵਾਈਟਾਮਿਨ ਡੀ, ਵਾਈਟਾਮਿਨ ਏ। ਪਾਪੂਲੇਸ਼ਨ ਲੈਵਲ ਦੇ ਉੱਤੇ ਇਹ ਦੇਖਿਆ ਗਿਆ ਕਿ ਈਵਨ ਵਾਈਟਾਮਿਨ ਈ ਜਿਹੜੀ ਹੈ ਉਹ ਅਸਲ 'ਚ ਕੁਝ ਤਰ੍ਹਾਂ ਦੇ ਕੈਂਸਰਾਂ ਨੂੰ ਵੀ ਕਈ ਵਾਰ ਇਨਕਰੀਜ਼ ਕਰਦੀ ਹੈ। ਸੋ ਵਾਈਟਮਿਨਸ ਹੈ ਤੇ ਚੰਗੀਆਂ ਵਰਤਣੀਆਂ ਸਿਹਤ ਦੇ ਲਈ, ਪਰ ਉਹਨਾਂ ਨੂੰ ਕਿਸੇ ਦਿਮਾਗ ਨਾਲ ਸੋਚ ਕੇ ਹੀ ਵਰਤਣਾ ਪੈਂਦਾ। ਵਾਈਟਾਮਿਨ ਸੀ ਦੇ ਬਾਰੇ ਬੜੇ ਕੁਝ ਨੇ, ਕਈ ਸਪੋਰਟਰਸ ਨੇ, ਕਈ ਨਹੀਂ ਸਪੋਰਟਰਸ। ਇੱਕ ਡਬਲ ਨੋਬੈਲ ਪ੍ਰਾਈਜ਼ ਵਿਨਰ ਹੁੰਦਾ ਸੀ ਕੈਮਿਸਟ ਲਾਈਨਸ ਪਾਊਲਿੰਗ, ਉਹ ਵਾਈਟਾਮਿਨ ਸੀ ਦੇ ਵਿੱਚ ਬੜਾ ਵਿਸ਼ਵਾਸ ਰੱਖਦਾ ਸੀ ਕਿ ਸਾਨੂੰ ਦਿਨ ਦੀ ਪਤਾ ਨਹੀਂ ਕਿੰਨੇ ਗ੍ਰਾਮ ਤੱਕ ਖਾ ਲੈਣੀ ਚਾਹੀਦੀ ਹੈ, ਪਰ ਉਹਦੇ ਬਾਰੇ ਕੋਈ ਸਾਇੰਟੀਫਿਕ ਐਗਰੀਮੈਂਟ ਕਦੇ ਹੋ ਨਹੀਂ ਸਕਿਆ। ਸੋ ਇਸ ਲਈ ਵਿਟਾਮਿਨਾਂ ਨੂੰ ਖਾਂਦੇ ਹੋਏ ਆਪਣਾ ਜਿਹੜਾ ਵੈ ਸਿਰ ਜ਼ਰੂਰ ਵਰਤੋ, ਦਿਮਾਗ ਜ਼ਰੂਰ ਵਰਤੋ। ਇਹਦੇ ਬਾਰੇ ਉਹ ਕੱਲ੍ਹ ਹੀ ਮੈਂ ਇੱਕ ਥਾਂ 'ਤੇ ਬੜਾ ਅੱਛਾ ਚੁਟਕਲਾ ਜਿਹਾ ਪੜ੍ਹਦਾ ਪਿਆ ਸਾਂ ਕਿ ਇੱਕ ਬੰਦਾ ਡਾਕਟਰ ਕੋਲ ਆਇਆ ਅਤੇ ਉਹਦੇ ਹੱਥੋਂ ਮੱਥੇ ਤੋਂ ਵੀ ਖੂਨ ਖਾਨ ਵਗ ਰਿਹਾ ਸੀ, ਅਤੇ ਡਾਕਟਰ ਨੇ ਕਿਹਾ ਕੀ ਹੋਇਆ? ਉਹ ਕਹਿੰਦਾ ਮੈਂ ਕਿੱਲ ਠੋਕਦਾ ਪਿਆ ਸਾਂ ਇੱਕ ਕੇਲੇ ਦੇ ਨਾਲ, ਅਤੇ ਉਹ ਠੁਕਦਾ ਨਹੀਂ ਸੀ ਪਿਆ, ਅਤੇ ਮੈਨੂੰ ਕਿਸੇ ਬੰਦੇ ਨੇ ਕਿਹਾ ਤੂੰ ਆਪਣਾ ਸਿਰ ਕਿਉਂ ਨਹੀਂ ਵਰਤਦਾ, ਦਿਮਾਗ ਕਿਉਂ ਨਹੀਂ ਵਰਤਦਾ? ਕਹਿੰਦਾ ਫਿਰ ਮੈਂ ਵਰਤ ਲਿਆ। ਸੋ ਉਹ ਨਹੀਂ ਕਰਦਾ ਕਿ ਬਈ ਦਿਮਾਗ ਨੂੰ ਵੀ ਸਿਆਣਪ ਨਾਲ ਵਰਤਣਾ ਪੈਂਦਾ। ਹਾਂਜੀ, ਸੋ ਵਿਟਾਮਿਨਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਤਾਂ ਚੱਲ ਰਹੀਆਂ ਬੜੇ ਲੰਬੇ ਸਮੇਂ ਤੱਕ। ਅਤੇ ਇੰਜੀ ਪਲਾਂਟ ਐਕਸਟਰੈਕਟਸ, ਪਲਾਂਟਸ ਦੇ ਵਿੱਚੋਂ ਕੱਲੀ ਚੀਜ਼ ਨਿਕਲੀ ਹੋਈ, ਉਹ ਕਿਉਂਕਿ ਰਿਡਕਸ਼ਨਿਸਟਿਕ ਜਿਹੜੀ ਫਿਲੋਸਫੀ ਹੈ ਨਾ ਕਿ ਅਸੀਂ ਇੱਕ ਚੀਜ਼ ਨੂੰ ਇੱਕ ਟਾਰਗੇਟ 'ਤੇ ਲੈ ਕੇ ਕਰ ਸਕਦੇ ਹਾਂ ਕੁਝ ਚੀਜ਼ਾਂ ਕਰ ਵੀ ਸਕਦੇ ਹਾਂ, ਪਰ ਉਹਨਾਂ ਨੂੰ ਪੂਰੇ ਸਿਹਤ ਨਾਲ ਜੋੜਨਾ ਕਈ ਵਾਰ ਬੜਾ ਮੁਸ਼ਕਲ ਹੋ ਜਾਂਦਾ। ਉਹ 'ਚ ਵਿਸ਼ਫੁਲ ਥਿੰਕਿੰਗ ਜ਼ਿਆਦਾ ਹੁੰਦੀ ਹੈ, ਪਰ ਬੜੇ ਹੀ ਸਾਇੰਸਦਾਨ ਉਸੇ ਟਰੈਪ 'ਚ ਹਾਲੀ ਵੀ ਪਏ ਨੇ। ਜਿਹੜਾ ਉਹਨਾਂ ਦਾ ਕੋਈ ਫੇਵਰੇਟ ਮੋਲੀਕਿਊਲ ਹੋਵੇ ਉਹਨੂੰ ਉਹ ਉੱਪਰ ਥੱਲੇ ਕਰਦੇ ਨੇ ਅਤੇ ਸ਼ੋਅ ਕਰਦੇ ਨੇ, ਹਾਂ ਜੀ ਇਹ ਫਲਾਣੇ ਐਨਜ਼ਾਈਮ ਦੀ ਐਕਟੀਵਿਟੀ ਮੈਂ ਇਨਕਰੀਜ਼ ਕਰ ਦਿੱਤੀ। ਹਾਂ ਬਈ ਐਨਜ਼ਾਈਮ ਦੀ ਐਕਟੀਵਿਟੀ ਤਾਂ ਇਨਕਰੀਜ਼ ਹੋ ਗਈ ਹੈ ਵਾਲੀ ਵਿਟਾਮਿਨ ਲੈ ਕੇ ਜਾਂ ਕੋਈ ਐਂਟੀਆਕਸੀਡੈਂਟ, ਪਰ ਉਸ ਐਨਜ਼ਾਈਮ ਦੀ ਐਕਟੀਵਿਟੀ ਨੇ ਸਿਹਤ ਨੂੰ ਕਰ ਦਿੱਤਾ ਇਨਕਰੀਜ਼, ਬੁਢੇਪੇ ਨੂੰ ਰੋਕ ਦਿੱਤਾ, ਉਹਦੀ ਕੋਈ ਐਵੀਡੈਂਸ ਕਦੇ ਨਹੀਂ ਹੁੰਦੀ। ਸੋ ਬੇਸਿਕਲੀ ਸਾਡਾ ਜਿਹੜਾ ਇਕੁਏਸ਼ਨ E=mgmc² ਦੇ ਵਿੱਚ ਐਮ ਨੂੰ ਇੰਪਰੂਵ ਕਰਨ ਦੇ, ਐਮ ਨੂੰ ਆਪਣੇ ਹੱਥ ਵਿੱਚ ਰੱਖਣ ਦੇ ਬੜੇ ਤਰੀਕੇ ਨੇ ਜਿਹੜੇ ਵਰਤੇ ਜਾ ਰਹੇ ਨੇ, ਅਤੇ ਇਹਨਾਂ ਨੂੰ ਵਰਤਣਾ ਵੀ ਚਾਹੀਦਾ ਅਤੇ ਲੋੜ ਵੀ ਹੈਗੀ। ਦਵਾਈਆਂ ਦਾ ਆਪਣਾ ਕੰਮ ਹੈ, ਪ੍ਰੀਵੈਂਟਿਵ ਸਟ੍ਰੈਟਜੀ, ਇਹ ਜਿਹੜੀ ਮੈਂ ਸਿਹਤ ਦੀ ਗੱਲ ਕਰ ਰਿਹਾ ਨਾ, ਇਹ ਜ਼ਿਆਦਾ ਪ੍ਰੀਵੈਂਸ਼ਨ ਦੀ ਹੈ ਅਤੇ ਮੇਨਟੇਨੈਂਸ ਦੀ ਹੈ ਕਿ ਤੁਸੀਂ ਕਿਹੜੀ, ਅਤੇ ਫਿਰ ਉਹਦੇ 'ਚ ਰਿਕਵਰੀ ਦੀ ਵੀ ਹੈਗੀ। ਇਸ ਤੋਂ ਬਾਅਦ ਇਸ ਰਿਡਕਸ਼ਨਿਸਟਿਕ ਚੀਜ਼ ਤੋਂ ਬਾਅਦ ਹੁਣ ਅਸੀਂ ਹੌਲੀ ਵਧਣਾ ਚਾਹੁੰਦੇ ਹਾਂ ਇੱਕ ਹੋਲਿਸਟਿਕ ਅਪਰੋਚ ਵੱਲ ਨਾ। ਇੱਥੇ ਫਿਰ ਉਹੀ ਦਿੱਕਤ ਆਉਂਦੀ ਹੈ ਕਿ ਹੋਲਿਸਟਿਕ ਜਿਹੜਾ ਨਾ ਉਹ ਐਡਾ ਕੈਜੂਅਲ ਜਿਹਾ ਸ਼ਬਦ ਬਣ ਗਿਆ। ਹਰ ਬੰਦਾ ਹੀ ਦਰਖਤ ਦੇ ਉੱਤੇ ਟੱਪਣ ਤੋਂ ਲੈ ਕੇ, ਘੰਟੀਆਂ ਖੜਕਾਉਣ ਤੋਂ ਲੈ ਕੇ, ਅਤੇ ਪਾਣੀ ਪੀਣ ਤੋਂ ਅਤੇ ਮੂਤਰ ਪੀਣ ਤੋਂ ਲੈ ਕੇ, ਅਤੇ ਪਤਾ ਨਹੀਂ ਕੀ ਕਰਨ ਤੋਂ ਲੈ ਕੇ ਹੋਲਿਸਟਿਕ ਆਪਣੇ ਆਪ ਨੂੰ ਕਹਿਣ ਲੱਗ ਪੈਂਦੇ ਨੇ। ਉਹਦੇ ਕਰਕੇ ਉਹ ਵਰਡ ਜਿਹੜਾ HOLISTIC ਵਾਲਾ ਹੋਲਿਸਟਿਕ ਹੈ ਨਾ, ਉਹ ਤੋਂ ਮੈਂ ਬੜਾ ਚਿੜਦਾ। ਹਾਂਜੀ, ਕਿਉਂਕਿ ਅਸੀਂ ਸਾਇੰਸਦਾਨ ਹੋਲਿਸਟਿਕ ਹੋਣਾ ਚਾਹੁੰਦੇ ਹਾਂ, ਪਰ ਸਾਡੇ ਲਈ ਹੋਲਿਸਟਿਕ ਦਾ ਮਤਲਬ ਹੈ WHOLE ਵਾਲਾ ਹੋਲ, ਟੋਟੈਲਿਟੀ। ਹਾਂਜੀ, ਪਹਿਲੇ ਤਾਂ ਬੋਡੀ ਦੀ ਟੋਟੈਲਿਟੀ, ਕਿਉਂਕਿ ਹੁਣ ਤੱਕ ਸਾਨੂੰ ਇਹ ਤਾਂ ਸਮਝ ਆ ਗਈ ਹੈ ਕਿ ਬੋਡੀ ਕੋਈ ਮਸ਼ੀਨ ਨਹੀਂ ਹੈ ਜਿਹਦਾ ਕੱਲਾ ਪੁਰਜਾ ਅਸੀਂ ਡੀਲ ਕਰ ਸਕਦੇ ਹਾਂ। ਸਾਨੂੰ ਬੋਡੀ ਦੇ ਹਰ ਚੀਜ਼ ਨੂੰ ਸੰਭਾਲਣਾ ਪੈਣਾ, ਅਤੇ ਉਹ ਕਿਉਂਕਿ ਇੰਟਰੈਕਸ਼ਨਸ ਕਰਦੀਆਂ ਨੇ ਇੱਕ ਦੂਜੇ ਨਾਲ, ਉਹ ਬੜਾ ਡਾਇਨੈਮਿਕ ਪ੍ਰੋਸੈਸ ਹੈ, ਅਤੇ ਉਹ ਡਾਇਨੈਮਿਕ ਪ੍ਰੋਸੈਸ ਨੂੰ
ਰਿਡਕਸ਼ਨਿਸਟਿਕ ਅਪਰੋਚ ਨਾਲ ਨਹੀਂ, ਹੋਲਿਸਟਿਕ ਨਾਲ। ਬੜੇ ਸਾਇੰਸਦਾਨ ਅਸੀਂ ਹੋਲਿਸਟਿਕ ਦੇ ਵਿੱਚ ਆਉਣਾ ਚਾਹੁੰਦੇ ਹਾਂ, ਪਰ ਕਈ ਵਾਰ ਅਸੀਂ ਸ਼ਰਮਾ ਜਾਂਦੇ ਹਾਂ ਜਾਂ ਝਿਜਕ ਜਾਂਦੇ ਹਾਂ, ਕਿਉਂਕਿ ਜਿਉਂ ਹੀ ਅਸੀਂ ਹੋਲਿਸਟਿਕ ਵਰਡ ਨੂੰ ਕਹਿੰਦੇ ਹਾਂ ਨਾ, ਤੇ ਕੋਈ ਹੋਕਸ ਪੋਕਸ ਵਾਲਾ, ਕੋਈ ਸਵਾਮੀ, ਕੋਈ ਦੂਜਾ ਵੀ ਜਿਹੜਾ ਵੀ ਸੱਚਾ ਝੂਠਾ ਜਾਣ ਕੇ ਜਾਂ ਅਣਜਾਣੇ ਵਿੱਚ, ਉਹ ਕਹਿੰਦਾ ਲੈ ਇਹ ਤਾਂ ਉਹੀ ਗੱਲ ਹੋਈ, ਹੁਣ ਸਾਇੰਸਦਾਨ ਵੀ ਹੋਲਿਸਟਿਕ ਕਹਿੰਦੇ। ਨਹੀਂ ਜੀ, ਸਾਡਾ ਹੋਲਿਜ਼ਮ ਇੱਕ ਨੌਲੇਜ ਬੇਸਡ ਡਾਇਨੈਮਿਕ ਕੰਪਲੈਕਸ ਸਿਸਟਮ ਦੇ ਹੋਲ ਨੂੰ ਸਮਝਣਾ ਤੇ ਉਹਨੂੰ ਅੱਗੇ ਤੁਰਾਉਣਾ, ਇਹ ਕਹਿਣਾ ਮੇਰੇ ਲਈ ਬੜਾ ਜ਼ਰੂਰੀ ਹੈ। ਹਾਂਜੀ, ਹੁਣ ਹੋਲਿਸਟਿਕ ਦੀ ਕੀ ਐਗਜ਼ਾਮਪਲ ਹੈ? ਹੋਲਿਸਟਿਕ ਦੀ ਸਿੰਪਲ ਜੀ ਐਗਜ਼ਾਮਪਲ ਜੇ ਲੈ ਲਈਏ, ਐਕਸਰਸਾਈਜ਼। ਹਾਂਜੀ, ਫਿਜ਼ੀਕਲ ਐਕਸਰਸਾਈਜ਼। ਹੁਣ ਫਿਜ਼ੀਕਲ ਐਕਸਰਸਾਈਜ਼ ਕਰੀ ਦੀ ਤੇ ਹੈ ਕਿ ਜੇ ਮੈਂ ਭਾਰ ਚੁੱਕਦਾ ਪਿਆ, ਵੇਟ ਲਿਫਟਿੰਗ ਕਰ ਰਿਹਾ ਜਾਂ ਲੱਤਾਂ ਦੀ ਕਰ ਰਿਹਾ ਜਾਂ ਮੈਂ ਭੱਜ ਰਿਹਾ ਵਾਂ, ਕਿਸੇ ਇੱਕ ਮਸਲਸ ਦੀ ਜਾਂ ਕਈ ਮਸਲਸ ਦੀ, ਪਰ ਇਹ ਸਭ ਨੂੰ ਪਤਾ ਹੈ ਤੇ ਇਹਦੇ ਪਿੱਛੇ ਇੰਨੀ ਜ਼ਿਆਦਾ ਸਾਇੰਸ ਵੀ ਹੈ ਕਿ ਐਕਸਰਸਾਈਜ਼ ਦੇ ਫਾਇਦੇ ਜਿਹੜੇ ਨੇ ਨਾ, ਉਹ ਸਿਰਫ ਤੇ ਸਿਰਫ ਉਸ ਮਸਲ ਨੂੰ ਨਹੀਂ ਹੁੰਦੇ ਜਿਹਦੀ ਤੁਸੀਂ ਐਕਸਰਸਾਈਜ਼ ਕਰ ਰਹੇ ਹੁੰਦੇ ਹੋ। ਉਹ ਫਾਇਦੇ ਜਿਹੜੇ ਨੇ, ਮੈਂ ਭੱਜ ਕੇ ਆਵਾਂ ਜਾਂ ਬ੍ਰਿਸਕ ਵਾਕਿੰਗ ਕਰਾਂ ਜਾਂ ਵੇਟ ਲਿਫਟਿੰਗ ਕਰਾਂ, ਜੇ ਉਹ ਮੈਨੂੰ ਐਕਸਰਸਾਈਜ਼ ਦੇ ਫਾਇਦੇ ਹੁੰਦੇ ਨੇ, ਉਹ ਹੋਲ ਬੋਡੀ ਲੈਵਲ ਤੇ ਹੁੰਦੇ ਨੇ। ਕਿ ਐਕਸਰਸਾਈਜ਼ ਦੇ ਨਾਲ ਨਾ ਸਿਰਫ ਉਸ ਮਸਲਸ ਦੀ ਤਾਕਤ ਵੱਧਦੀ ਹੈ, ਸਗੋਂ ਮੇਰਾ ਮੂਡ ਇੰਪਰੂਵ ਹੋ ਜਾਂਦਾ, ਮੇਰਾ ਇਮਿਊਨ ਸਿਸਟਮ ਇੰਪਰੂਵ ਹੁੰਦਾ, ਮੇਰਾ ਟੈਂਪਰੇਚਰ ਰੈਗੂਲੇਸ਼ਨ ਇੰਪਰੂਵ ਹੁੰਦਾ, ਮੇਰੀ ਮੈਮਰੀ ਇੰਪਰੂਵ ਹੁੰਦੀ ਹੈ, ਮੇਰੀ ਸੈਕਸ ਫੀਲਿੰਗਸ ਇੰਪਰੂਵ ਹੁੰਦੀ ਹੈ। ਇਹ ਹੈ ਹੋਲਿਸਟਿਕ ਅਪਰੋਚ, ਕਿ ਐਕਸ਼ਨ ਇੱਕ ਹੋਇਆ ਪਰ ਉਸ ਨੇ ਆਪਣੇ ਇਫੈਕਟਸ ਨੂੰ ਐਡੇ ਵੱਡੇ ਲੈਵਲ ਤੇ, ਸਾਰੇ ਲੈਵਲ ਤੇ ਸਪਰੈਡ ਕੀਤਾ। ਤੇ ਉਹ ਵੀ ਜਿਹੜਾ ਇਫੈਕਟ ਹੈ ਉਹ ਇੱਕੋ ਵਾਰੀ 'ਚ ਨਹੀਂ ਹੋ ਜਾਂਦਾ ਕਿ ਇੱਕ ਐਕਸਰਸਾਈਜ਼ ਕੀਤੀ ਤੇ ਉਸੇ ਦਿਨ ਹੀ ਸਾਰਾ ਕੁਝ ਹੀ ਤੁਹਾਡਾ ਇੰਪਰੂਵ ਹੋ ਗਿਆ। ਇਹ ਚੀਜ਼ਾਂ ਹੁੰਦੀਆਂ ਨੇ ਕਿਊਮੂਲੇਟਿਵ, ਕਿ ਜਿੰਨੀ ਕਰਦੇ ਹੋ ਥੋੜ੍ਹਾ ਥੋੜ੍ਹਾ ਫਾਇਦਾ ਵੱਧਦਾ ਜਾਂਦਾ, ਫਿਰ ਇੱਕ ਲੈਵਲ ਤੇ ਬਾਅਦ ਜਾ ਕੇ ਬੜਾ ਵੱਡਾ ਤੁਹਾਨੂੰ ਫਾਇਦਾ ਦਿਸਣ ਲੱਗ ਪੈਂਦਾ। ਹਾਂਜੀ, ਜਦ ਕਿ ਦਵਾਈਆਂ ਦੀ ਅਪਰੋਚ ਵੱਖਰੀ ਹੁੰਦੀ ਹੈ। ਜੇ ਐਂਟੀਬਾਇਓਟਿਕ ਲਈ ਹੈ ਤੇ ਉਹਨੇ 8 ਦਿਨ ਦਾ ਕੋਰਸ ਕਿਹਾ ਕਿ ਫਲਾਣੇ ਇਨਫੈਕਸ਼ਨ ਨੂੰ ਦੂਰ ਕਰਨ ਲਈ 8 ਦਿਨ ਦੀ ਐਂਟੀਬਾਇਓਟਿਕ ਲੈਣੀ ਹੈ, ਉਹ ਪਹਿਲੇ ਦਿਨ ਤੋਂ ਹੀ ਬੈਕਟੀਰੀਆ ਨੂੰ ਮਾਰਨਾ ਤੇ ਸ਼ੁਰੂ ਕਰ ਦੇਗੀ। ਹਾਂਜੀ, ਤੇ 8ਵੇਂ ਦਿਨ ਤੱਕ ਉਹ ਪੂਰੀ ਜਿਹੜਾ ਸਾਇੰਸ ਨੇ ਸ਼ੋਅ ਕੀਤਾ ਗਿਆ, ਉਹਦੇ ਵਿੱਚ ਚਾਂਸ ਨੇ ਕਿ ਸਾਰੇ ਬੈਕਟੀਰੀਆ ਮਰ ਗਏ ਨੇ। ਉਹ ਐਂਟੀਬਾਇਓਟਿਕ ਦੇ ਮਾਮਲੇ 'ਚ ਇਸ ਲਈ ਬੜੀ ਵੱਡੀ ਗਲਤੀ ਕਈ ਵਾਰ ਅਸੀਂ ਕਰਦੇ ਹਾਂ ਕਿ ਦੂਜੇ ਤੀਜੇ ਦਿਨ ਫਰਕ ਤੇ ਮਹਿਸੂਸ ਹੋਣ ਲੱਗ ਪੈਂਦਾ, ਫਿਰ ਉਹਨੂੰ ਖਾਈਦਾ ਨਹੀਂ। ਕਿ ਐਂਟੀਬਾਇਓਟਿਕ ਦਾ ਪੂਰਾ ਕੋਰਸ ਨਹੀਂ ਕਰੀਦਾ, ਉਹਦੇ ਫਿਰ ਨੁਕਸਾਨ ਹੁੰਦੇ ਕਿ ਜਿਹੜਾ ਬਚ ਗਿਆ ਥੋੜ੍ਹੇ ਹਾਲੀ ਬੈਕਟੀਰੀਆ, ਉਹ ਫਿਰ ਵੱਧ ਜਾਂਦੇ ਨੇ। ਐਂਟੀਬਾਇਓਟਿਕਸ ਦਵਾਈਆਂ ਦਾ ਦੂਜਾ ਤਰੀਕਾ ਕੰਮ ਕਰਨ ਦਾ। ਹੋਲਿਸਟਿਕ ਅਪਰੋਚਿਸ ਦਾ ਇੱਕ ਖਾਸ ਤਰੀਕਾ ਹੈ ਕਿ ਜਦੋਂ ਤੁਸੀਂ ਚੀਜ਼ ਤੇ ਸ਼ੁਰੂ ਕਰਦੇ ਹੋ ਕਿ ਥੋੜ੍ਹੇ ਲੈਵਲ ਤੇ, ਪਰ ਉਹਦੀ ਕੋਲੈਕਟਿਵਲੀ ਐਂਪਲੀਫਿਕੇਸ਼ਨ ਹੁੰਦੀ ਹੈ ਬੋਡੀ ਦੇ ਵਿੱਚ, ਉਹ ਜਿਹੜੀ ਚੀਜ਼ ਹੈ ਉਹਨੂੰ ਅਸੀਂ ਕਹਿੰਦੇ ਹਾਂ ਹੋਲਿਸਟਿਕ। ਤੇ ਉਹਦੇ ਵਿੱਚ ਸਰੀਰਕ ਪੱਧਰ ਦੀਆਂ ਗੱਲਾਂ, ਸਰੀਰ ਦੇ ਵਿੱਚ ਫਿਜ਼ੀਕਲ ਪੱਧਰ ਦੀਆਂ ਗੱਲਾਂ, ਕਿ ਵੀ ਅਸੀਂ ਕੀ ਐਕਟੀਵਿਟੀਆਂ ਕਰਦੇ ਹਾਂ, ਕਿਸ ਕਿਸਮ ਦਾ ਭੋਜਨ ਵਰਤਦੇ ਪਏ ਹਾਂ, ਕਿਸ ਕਿਸਮ ਦੀ ਸਾਡੀ ਮੈਂਟਲ ਸੋਚਣੀ ਹੈ, ਇਹ ਸਾਰੀਆਂ ਚੀਜ਼ਾਂ ਆਉਣਗੀਆਂ। ਤੇ ਉਹਦੇ ਦਰਮਿਆਨ ਫਿਰ ਇੱਕ ਨਵਾਂ ਕੌਨਸੈਪਟ ਅੱਜ ਜਿਹੜਾ ਸ਼ੁਰੂ ਹੋਣਾ ਹੈ, ਜਿਹਦੀ ਮੈਂ ਥੋੜ੍ਹੀ ਜਿਹੀ ਅੱਜ ਭਾਵੇਂ ਜਾਣਕਾਰੀ ਦੇਵਾਂਗਾ। ਉਹ ਕੌਨਸੈਪਟ ਹੈਗਾ ਵੈ ਕੌਨਸੈਪਟ ਆਫ ਹੌਰਮੀਸਿਸ। ਹਾਂਜੀ, HORMESIS, ਪੰਜਾਬੀ 'ਚ ਵੀ ਮੈਂ ਲਿਖਿਆ ਹੌਰਮੀਸਿਸ। ਇਹ ਲਫ਼ਜ਼ ਹੋ ਸਕਦਾ ਤੁਹਾਡੇ ਜ਼ਿਆਦਾ ਸੁਣਨ ਵਾਲਿਆਂ ਲਈ ਨਵਾਂ ਹੋਵੇ, ਕਿਉਂਕਿ ਇਹ ਲਫ਼ਜ਼ ਬਣਿਆ 1933-34 ਦੇ ਵਿੱਚ ਸੀ। ਹਾਂਜੀ, ਕਿ ਜਦੋਂ ਕੁਝ ਸਾਇੰਸਦਾਨ ਜਿਹੜੇ ਕੰਮ ਕਰ ਰਹੇ ਸੀ, ਉਹ ਜਿਹੜੀਆਂ ਹੁੰਦੀਆਂ ਖੁੰਬਾਂ ਤੇ ਕਿਸੇ ਤਰ੍ਹਾਂ ਦੇ ਛੋਟੇ ਹੋਰ ਯੀਸਟ ਵਗੈਰਾ, ਉਹ ਬੜੀਆਂ ਪੋਇਜ਼ਨਸ ਚੀਜ਼ਾਂ, ਬੜੀਆਂ ਜ਼ਹਿਰੀਲੀ ਚੀਜ਼ਾਂ ਨਾਲ ਉਹਨਾਂ ਦੀ ਚੈੱਕ ਕਰ ਰਹੇ ਸੀਗਾ ਕਿਵੇਂ ਇਹਨਾਂ ਨੂੰ ਮਾਰਨਾ। ਪਰ ਉਹਨਾਂ ਨੇ ਦੇਖਿਆ ਕਿ ਉਸੇ ਹੀ ਚੀਜ਼ ਦੇ ਜੋ ਬੜੇ ਡੋਜ਼ ਟਰਾਈ ਕਰਨਾ, ਕੰਸਨਟ੍ਰੇਸ਼ਨਸ, ਤੇ ਜਿਹੜੀ ਚੀਜ਼ ਉਹ ਬੈਕਟੀਰੀਏ ਨੂੰ ਜਾਂ ਫੰਗਸ ਨੂੰ ਮਾਰਦੀ ਪਈ ਸੀ, ਉਹ ਇੱਕ ਖਾਸ ਲੈਵਲ ਦੇ ਉੱਤੇ, ਛੋਟੇ ਲੈਵਲ ਦੇ ਉੱਤੇ ਉਹਨਾਂ ਨੂੰ ਸਗੋਂ ਪ੍ਰਮੋਟ ਕਰਦੀ ਸੀ, ਉਹਨਾਂ ਦੀ ਗਰੋਥ। ਉਹੀ ਜ਼ਹਿਰੀਲੀ ਚੀਜ਼ ਜਿਹੜੀ ਮਾਰਦੀ ਸੀ, ਉਹੀ ਉਹਨੂੰ ਗਰੋ ਕਰਨ 'ਚ ਮਦਦ ਕਰਦੀ ਸੀ। ਹਾਂਜੀ, ਤੇ ਇਹ ਜਿਹੜਾ ਪ੍ਰਿੰਸੀਪਲ ਦਾ ਨਿਯਮ ਉਹਨਾਂ ਨੇ 1935, 36 'ਚ 34 'ਚ ਹੌਰਮੀਸਿਸ ਰੱਖਿਆ ਕਿ ਇਸ ਦੁਨੀਆ ਦੀ ਲਗਭਗ ਬਈ ਹਰ ਚੀਜ਼ ਜਿਹੜੀ ਹੈ ਉਹਦਾ ਇੰਜ ਦਾ ਡਬਲ ਕਰਵ ਹੁੰਦੀ ਹੈ ਕਿ ਇੱਕ ਖਾਸ ਲੈਵਲ ਤੇ ਉਹ ਜਦੋਂ ਟੌਕਸਿਕ ਹੁੰਦੀ ਹੈ, ਜ਼ਹਿਰੀਲੀ ਹੁੰਦੀ ਹੈ, ਉਹਦੇ ਲੋ ਲੈਵਲ ਦੇ ਉੱਤੇ ਉਹਦੇ ਬਿਲਕੁਲ ਪੁੱਠੇ ਇਫੈਕਟ ਦਿਸਦੇ ਨੇ। ਬੜੇ ਲੋਕੀ ਆਮ ਤੌਰ 'ਤੇ ਇਹਨੂੰ ਹੋਮਿਓਪੈਥੀ ਦੇ ਨਾਲ ਕਨਫਿਊਜ਼ ਕਰਦੇ ਹੈ ਕਿ ਜੀ ਇਹੀ ਤੇ ਹੋਮਿਓਪੈਥੀ ਕਹਿੰਦੀ ਹੈ। ਨਹੀਂ, ਹੋਮਿਓਪੈਥੀ ਦਾ ਬਿਲਕੁਲ ਹੀ ਪ੍ਰਿੰਸੀਪਲ ਜੇ ਉਹ ਵਰਕ ਕਰਦਾ ਉਹ ਬਿਲਕੁਲ ਹੋਰ ਹੈ। ਉਹਦਾ ਹੈਗਾ ਕਿ 10 to -30 ਲੈਵਲ ਦੀ ਡਾਇਲਿਊਸ਼ਨ ਦਾ। ਹਾਂਜੀ, ਕਿ ਜਿੰਨੀ ਡਾਇਲਿਊਸ਼ਨ ਕੀਤੀ ਉਹਦੇ ਨਾਲ ਉਸੇ ਹੀ ਬਿਮਾਰੀ ਜਿਹਦੇ ਕਿ ਸਿੰਪਟਮਸ ਹੈਗੇ ਸਨ ਉਸ ਦਵਾਈ ਨੇ ਕੀਤੇ ਤੇ ਉਹਦਾ ਠੀਕ ਕਰੇਗੀ।
ਸਾਇੰਸ ਦੀ ਭਾਸ਼ਾ ਵਿੱਚ ਸਾਇੰਸ ਦੇ ਲਾਅ ਅਨੁਸਾਰ ਉਸ ਲੈਵਲ ਦੀ ਡਾਇਲੂਸ਼ਨ ਉੱਤੇ ਇੱਕ ਵੀ ਮੋਲੀਕਿਊਲ ਨਹੀਂ ਹੁੰਦਾ, ਕਿਉਂਕਿ ਉਹ ਇੱਕ ਐਵੋਗੈਡਰੋ ਨੰਬਰ ਅਸੀਂ ਕਹਿੰਦੇ ਹਾਂ ਕਿ ਜਦੋਂ 10⁻23 ਤੇ ਪੁੱਜੀ ਹੈ ਉਸ ਤੋਂ ਬਾਅਦ ਘੱਟੋ ਘੱਟ ਉਹ ਡਿਟੈਕਟ ਨਹੀਂ ਹੁੰਦਾ। ਇਹ ਪਿਛਲੇ 150-200 ਸਾਲ ਤੋਂ ਜਦ ਦੀ ਹੋਮਿਓਪੈਥੀ ਬਣੀ ਹੈ, ਹੋਮਿਓਪੈਥੀ ਤੇ ਸਾਇੰਸਦਾਨਾਂ ਦੀ ਆਪਸ ਦੇ ਵਿੱਚ ਯੁੱਧ ਬਹਿਸ ਚੱਲਦੀ ਰਹਿੰਦੀ ਹੈ। ਜਿਹੜੇ ਵਰਤਦੇ ਨੇ ਹੋਮਿਓਪੈਥੀ ਉਹ ਬਥੇਰੀਆਂ ਐਗਜ਼ਾਮਪਲਾਂ ਦੇਣਗੇ, ਫਲਾਣੇ ਨੂੰ ਕੰਮ ਆਈ, ਉਹਦੇ ਤੇ ਕੰਮ ਆਈ। ਉਹੀ ਤਰੀਕਾ ਜਿਹੜਾ ਮੈਂ ਕਿਹਾ ਸੀ ਨਾ ਕਿ ਉਹਨੂੰ ਟੈਸਟ ਕਿਵੇਂ ਕਰੋ, ਜੇ ਤੇ ਕਿਸੇ ਦੇ ਕਹਿਣ ਤੇ ਹੀ ਕਰ ਰਹੇ ਹੋ ਤੇ ਉਹਦੇ ਵੱਖਰੇ ਰੂਲ ਨੇ। ਹਾਂਜੀ, ਜਿੰਨੇ ਮਰਜ਼ੀ ਹਜ਼ਾਰਾਂ ਬੰਦੇ ਕਹਿਣ ਕਿ ਮੇਰੇ ਤੇ ਕੰਮ ਕੀਤੀ, ਪਰ 1000+1 ਵਾਲੇ ਦੇ ਉੱਤੇ ਤੁਸੀਂ ਕਹਿ ਨਹੀਂ ਸਕਦੇ ਉਹ ਕੰਮ ਕਰੇਗੀ। ਜਿੰਨੀ ਵਾਰੀ ਸਾਇੰਸਦਾਨਾਂ ਨੇ ਹੋਮਿਓਪੈਥੀ ਦੇ ਟੈਸਟ ਸਾਇੰਸ ਦੇ ਰੂਲਾਂ ਨਾਲ ਕੀਤੇ ਨੇ, ਡਾਕਟਰਾਂ ਨੇ ਬੜੇ ਬੜੇ ਵੱਡੇ ਟਰਾਇਲਸ ਕਰਕੇ, ਉਹ ਹਮੇਸ਼ਾ ਹੋਮਿਓਪੈਥੀ ਉਹਦੇ ਵਿੱਚ ਸਿਰਫ ਤੀਰ ਤੇ ਤੁੱਕਾ ਸਾਬਤ ਹੋਈ ਹੈ ਕਿ ਹਾਂ ਵੀ ਕਦੇ ਵਰਕ ਕਰਦੀ ਹੈ, ਕਿਸੇ ਨੂੰ ਨਹੀਂ। ਹੁਣ ਸਾਇੰਸਦਾਨ ਥੱਕ ਚੁੱਕੇ ਨੇ ਕਿ ਉਹਨੂੰ ਬਾਰ-ਬਾਰ ਕਰਦੇ। ਜੇ ਤੁਹਾਨੂੰ ਚੰਗੀ ਲੱਗਦੀ ਹੈ, ਮੋਸਟਲੀ ਉਹ ਖੰਡ ਦੀਆਂ ਗੋਲੀਆਂ ਹੁੰਦੀਆਂ, ਉਹ 'ਚ ਪਤਾ ਨਹੀਂ ਕੀ ਪਾਇਆ ਹੁੰਦਾ, ਸ਼ਾਇਦ ਕਿਸੇ ਨੂੰ ਫਾਇਦੇ ਹੁੰਦੇ ਨੇ ਕਿ ਨਹੀਂ, ਪਰ ਸਾਇੰਸਦਾਨ ਉਹਦੇ ਬਾਰੇ ਬਹੁਤ ਹੀ ਰੇਅਰਲੀ ਉਹਨੂੰ ਕੋਈ ਸਪੋਰਟ ਕਰਦੇ ਨੇ। ਸੋ ਹੋਰਮੀਸਿਸ ਜਿਹੜੀ ਹੈ ਉਹ ਸੁਣਨ ਨੂੰ ਇੰਝ ਹੀ ਲੱਗੀ ਕਿ ਜਿਵੇਂ ਜਿਹੜੀ ਕੋਈ ਚੀਜ਼ ਟੌਕਸਿਕ ਹੈ, ਉਹ ਜਿਹੜੀ ਹੈ ਉਹਦੇ ਫਾਇਦੇ ਹੁੰਦੇ ਪਏ ਨੇ ਤੇ ਉਹ ਹੋਮਿਓਪੈਥੀ ਦਾ ਹੀ ਪ੍ਰਿੰਸੀਪਲ ਹੈ। ਨਹੀਂ, ਹੋਰਮੀਸਿਸ ਦੇ ਜੇ ਨੇੜੇ ਤੋਂ ਨੇੜੇ ਕੋਈ ਦੂਜੀ ਐਗਜ਼ਾਮਪਲ ਵਰਤਣੀ ਹੋਵੇ ਤੇ ਉਹ ਆਉਂਦੀ ਹੈ ਵੈਕਸੀਨਸ ਦੀ, ਕਿ ਵੈਕਸੀਨਸ ਜਿਹੜੀਆਂ ਨੇ ਉਹ ਕਿਸੇ ਇੱਕ ਐਂਟੀਜਨ ਨੂੰ ਲੈ ਕੇ, ਕਿਸੇ ਇੱਕ ਟੌਕਸਿਨ ਨੂੰ ਲੈ ਕੇ, ਜਿਵੇਂ ਹੁਣ ਕਰੋਨਾ ਦੀ ਜੇ ਵੈਕਸੀਨ ਬਣੇਗੀ ਉਹਦੇ ਕਿਸੇ ਇੱਕ ਭਾਗ ਨੂੰ ਲੈ ਕੇ ਤੁਹਾਡੀ ਬੋਡੀ ਵਿੱਚ ਉਹਨੂੰ ਇਨਐਕਟੀਵੇਟ, ਜਿਉਂਦੀ ਨਹੀਂ ਪਾਉਣਗੇ, ਉਹ ਇਨਐਕਟੀਵੇਟਡ ਪਾਏਗੀ ਤਾਂ ਕਿ ਬੋਡੀ ਜਿਹੜੀ ਹੈ ਉਹਨੂੰ ਡਿਫੈਂਡ ਕਰਨ ਦੇ ਲਈ ਉਹਦੇ ਅਗੇਂਸਟ ਆਪਣੀ ਐਂਟੀਬੋਡੀ ਇੱਕ ਕਿਸਮ ਦੀ ਬਣਾਵੇ। ਹਾਂਜੀ, ਸੋ ਵੈਕਸੀਨ ਦਾ ਪ੍ਰਿੰਸੀਪਲ ਉਹੀ ਹੈ ਕਿ ਇੱਕ ਚੀਜ਼ ਤੇ ਇੱਕ ਉਹਦਾ ਰਿਐਕਸ਼ਨ ਜਿਹੜਾ ਕਿ ਉਹਨੂੰ ਨਿਊਟਰਲਾਈਜ਼ ਕਰਦਾ। ਪਰ ਹੋਰਮੀਸਿਸ ਇਸ ਤੋਂ ਅੱਗੇ ਜਾਂਦੀ ਹੈ। ਜਿਵੇਂ ਮੈਂ ਐਕਸਰਸਾਈਜ਼ ਦੀ ਡੈਫੀਨੇਸ਼ਨ ਦੇ ਚੁੱਕਾ, ਐਕਸਰਸਾਈਜ਼ ਦਾ ਇਫੈਕਟ ਦੀ, ਕਿ ਐਕਸਰਸਾਈਜ਼ ਇੱਕ ਚੀਜ਼ ਅਸੀਂ ਕਰ ਰਹੇ ਹਾਂ, ਭੱਜ ਰਹੇ ਹਾਂ, ਹਾਂਜੀ, ਬ੍ਰਿਸਕ ਵਾਕਿੰਗ ਕਰ ਰਹੇ ਹਾਂ, ਪਰ ਇਫੈਕਟ ਉਹਦੇ ਬੜੇ ਮਲਟੀਪਲ ਨੇ। ਮਸਲ ਦਾ ਤੇ ਬ੍ਰੇਨ ਦਾ ਤੇ ਮੂਡ ਦਾ ਤੇ ਮੈਮਰੀ ਦਾ ਤੇ ਲਿਵਰ ਦਾ ਆਪਸ ਦੇ ਵਿੱਚ ਇਮੀਡੀਏਟਲੀ ਕੋਈ ਸਾਨੂੰ ਤਲਕ ਦਿਸਦਾ ਨਹੀਂ, ਪਰ ਬਾਇਓਲੋਜੀ ਇਹੀ ਸਮਝਾਉਂਦੀ ਹੈ ਕਿ ਹੈਗਾ, ਇਹਨਾਂ ਸਾਰੀਆਂ ਚੀਜ਼ਾਂ ਦਾ ਹੈਗਾ ਤਲਕ ਇੱਕ ਦੂਜੇ ਦੇ ਨਾਲ। ਸੋ ਅਸੀਂ ਹੋਰਮੀਸਿਸ ਦੀ ਗੱਲ ਕਰਨੀ ਹੁਣ ਕੱਲ੍ਹ ਤੋਂ ਅੱਗੇ ਵਧਾਵਾਂਗੇ ਬਹੁਤੀ, ਕਿ ਹੋਰਮੀਸਿਸ ਬੇਸਿਕਲੀ ਇਹੀ ਹੈ, ਜੇ ਉਹਨੂੰ ਸਿੰਪਲ ਭਾਸ਼ਾ 'ਚ ਕਿਹਾ ਜਾਏ, ਵੈਨ ਸਟ੍ਰੈਸ ਇਜ਼ ਗੁੱਡ ਫॉर ਯੂ। ਜਦੋਂ ਸਟ੍ਰੈਸ ਸਾਡੇ ਲਈ ਚੰਗੀ ਹੁੰਦੀ ਹੈ, ਹੋ ਸਕਦੀ ਹੈ ਤੇ ਹੁੰਦੀ ਵੀ ਹੈ। ਇਹ ਸਾਨੂੰ ਪਤਾ ਹੈ, ਹਰ ਸਮੇਂ ਅਸੀਂ ਸਟ੍ਰੈਸ ਤੋਂ ਬੜਾ ਡਰਦੇ ਹਾਂ। ਮਾਨਸਿਕ ਸਟ੍ਰੈਸ, ਫਿਜ਼ੀਕਲ ਸਟ੍ਰੈਸ, ਜਿਹੜੀ ਕਿ ਬਿਲਕੁਲ ਸੱਚੀ ਗੱਲ ਹੈ ਕਿ ਉਹ ਮਾਨਸਿਕ ਤੇ ਫਿਜ਼ੀਕਲ ਸਟ੍ਰੈਸ ਜਿਹੜੀ ਹੈ ਸਾਨੂੰ ਲੌਂਗ ਟਰਮ ਦੇ ਵਿੱਚ ਬੜੀਆਂ ਬਿਮਾਰੀਆਂ ਵੀ ਦਿੰਦੀ ਹੈ, ਬੜੀਆਂ ਮੌਤਾਂ ਵੀ ਕਰ ਦਿੰਦੀ ਹੈ, ਤੇ ਅਸੀਂ ਉਹਦੇ ਬਾਰੇ ਸੋਚ ਕੇ ਸਟ੍ਰੈਸਫੁਲ ਹੋ ਜਾਈਦਾ। ਪਰ ਇਹ ਜਿਹੜਾ ਉਹਦਾ ਇੱਕ ਦੂਜਾ ਰੂਪ ਹੈ ਕਿ ਸਟ੍ਰੈਸ ਕੈਨ ਬੀ ਗੁੱਡ, ਸਟ੍ਰੈਸ ਆਫ ਚੋਇਸ ਸਪੈਸ਼ਲੀ, ਉਹ ਏਜਿੰਗ ਤੇ ਏਜ ਦੇ ਮਾਮਲੇ 'ਚ ਉਹਦੇ ਉੱਤੇ ਹੁਣ ਪਿਛਲੇ 20 ਸਾਲਾਂ ਤੋਂ ਬਹੁਤ ਹੀ ਕੰਮ ਹੋ ਰਿਹਾ। ਇਹਦੇ ਵਿੱਚ ਸ਼ੁਰੂ ਦੇ ਵਿੱਚ ਏਜਿੰਗ ਦੇ ਮਾਮਲੇ ਵਿੱਚ ਮੇਰੀ ਲੈਬੋਰਟਰੀ ਦਾ ਬੜਾ ਯੋਗਦਾਨ ਰਿਹਾ, ਤੇ ਇਹਦੇ ਕਰਕੇ ਮੈਨੂੰ ਕਾਫੀ ਸੰਸਾਰ ਪੱਧਰ ਦੇ ਉੱਤੇ ਇਹਦੀ ਮਾਨਤਾ ਵੀ ਮਿਲੀ, ਤੇ ਜਿਹਦੇ ਨਾਲ ਹੁਣ ਬੜੇ ਸੈਂਕੜੇ ਸਾਇੰਸਦਾਨ ਇਸ ਵਿਊ ਨੂੰ ਲੈ ਕੇ ਚੱਲਦੇ ਨੇ ਕਿ ਅਸੀਂ ਕਿਹੜੀਆਂ ਕਿਸਮ ਦੀਆਂ ਸਟ੍ਰੈਸਸ ਵਰਤ ਸਕਦੇ ਹਾਂ, ਕਿਉਂਕਿ ਬੋਡੀ ਦਾ ਸਰਵਾਈਵਲ ਜਿਹੜਾ ਹੈ ਉਹ ਸਟ੍ਰੈਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਅਸੀਂ ਸਟ੍ਰੈਸ ਨੂੰ ਕਿਵੇਂ ਸਹਿੰਦੇ ਹਾਂ ਤੇ ਕਿਵੇਂ ਉਹਨੂੰ ਅਡੈਪਟ ਕਰਦੇ ਹਾਂ। ਉਹ ਹੋਮਿਓਡਾਇਨੈਮਿਕ ਸਪੇਸ ਦੀ ਜਿਹੜੀ ਮੈਂ ਗੱਲ ਇੰਟਰੋਡਿਊਸ ਕਰ ਚੁੱਕਾ, ਉਹਦੇ ਵਿੱਚ ਸਟ੍ਰੈਸ ਰਿਸਪੌਂਸ ਸਭ ਤੋਂ ਇੰਪੋਰਟੈਂਟ ਹੈ। ਇਹ ਸਾਡਾ ਜਿਹੜਾ ਰਿਲੇਸ਼ਨਸ਼ਿਪ ਵਿਦ ਸਟ੍ਰੈਸ ਹੈ, ਕਿ ਅਸੀਂ ਕਿਵੇਂ ਸਟ੍ਰੈਸ ਨੂੰ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨ ਲਈ ਵਰਤ ਸਕਦੇ ਹਾਂ, ਉਹਦੇ ਬਾਰੇ ਹੁਣ ਅਗਲੇ 2 3 4 ਪਤਾ ਨਹੀਂ ਕਿੰਨੇ ਲੈਕਚਰ ਲੱਗਣਗੇ, ਜਿਸ 'ਚ ਪਹਿਲੇ ਮੈਂ ਸਰੀਰਕ ਸਟ੍ਰੈਸ, ਭੋਜਨ ਥਰੂ ਸਟ੍ਰੈਸ, ਮਾਨਸਿਕ ਸਟ੍ਰੈਸ, ਸੋਸ਼ਲ ਸਟ੍ਰੈਸ, ਇਹਨਾਂ ਸਾਰੀਆਂ ਦੀ ਗੱਲ ਕਰਾਂਗੇ। ਪਰ ਅੱਜ ਜੇ ਤੁਹਾਨੂੰ ਯਾਦ ਰੱਖਣ ਦੇ ਲਈ ਇੱਕ ਵਰਡ ਮੈਂ ਨਵਾਂ ਜਿਹੜਾ ਦਿੱਤਾ ਹੈ, ਉਹਨੂੰ ਕਹਿਣਾ ਹੈ ਹੋਰਮੀਸਿਸ। ਤੇ ਫਿਰ ਫਾਈਨਲੀ ਅਸੀਂ ਇਹ ਗੱਲ ਨੂੰ ਅੱਗੇ ਵਧਾਉਣਾ ਹੈ ਕਿ ਹੋਰਮੈਟਿਕ ਵੇ ਆਫ ਲਾਈਫ ਕੀ ਹੁੰਦਾ, ਕਿਵੇਂ ਜਿਉਣਾ ਹੈ ਹੋਰਮੈਟਿਕਲੀ, ਜਿਹੜਾ ਕਿ ਸਾਨੂੰ ਸਿਹਤਮੰਦ ਰੱਖੇ। ਸਵੇਰ ਦਾ ਮੈਂ ਗੱਲਾਂ ਕੁਝ ਜ਼ਿਆਦਾ ਕਰਦਾ ਪਿਆ ਸਾਂ, ਇਸ ਲਈ ਥੋੜ੍ਹਾ ਗਲਾ ਬੈਠਾ ਜਿਹਾ ਲੱਗਦਾ। ਸੋ ਮੇਰੇ ਖਿਆਲ 'ਚ ਅੱਜ ਮੈਨੂੰ ਗੱਲ ਇੱਥੇ ਕੀ ਨਿਬੇੜ ਲੈਣੀ ਚਾਹੀਦੀ ਹੈ। ਤੁਸੀਂ ਇਹ ਹੋਰਮੀਸਿਸ ਵਰਡ ਬਾਰੇ ਜੇ ਚਾਹੋ ਲਿਟਰੇਚਰ 'ਚ ਵੀ ਪੜ੍ਹ ਸਕਦੇ ਹੋ, ਪਰ ਨਹੀਂ ਤੇ ਕੱਲ੍ਹ ਫਿਰ ਮਿਲਾਂਗੇ। ਠੀਕ ਹੈ ਜੀ, ਅੱਜ ਕੀ ਮੁਲਾਕਾਤ, ਬਸ ਇਤਨੀ।